ਅੱਛਾ ਜੀ, ਹੱਥ ਹਮੇਸ਼ਾ ਉੱਥੇ ਮਿਲਾਣਾ ਚਾਹੀਦਾ ਜਿੱਥੇ ਤੁਹਾਡੀ ਕਦਰ ਹੋਵੇ। ਮਾਪਿਆਂ ਦਾ ਇੱਕ ਕੱਲਾ ਕੱਲਾ ਪੁੱਤ ਸੀ ਤੇ ਉਹਦੀ ਡਿਮਾਂਡ ਕੀ ਸੀ ਕਿ ਮੈਂ ਵਿਆਹ ਉੱਥੇ ਕਰਾਣਾ ਜਿਹੜਾ ਅਮੀਰ ਘਰ ਹੋਵੇ। ਜਿਹੜੀ ਲੜਕੀ ਅਮੀਰ ਘਰਾਣੇ ਦੀ ਹੋਵੇ, ਮੈਂ ਗਰੀਬ ਘਰ 'ਚ ਵਿਆਹ ਨਹੀਂ ਕਰਾਣਾ। ਉਹ ਕੋਈ 15-20 ਰਿਸ਼ਤੇ ਆਉਂਦੇ ਨੇ ਤੇ ਜਦੋਂ ਨਾ 21ਵਾਂ ਰਿਸ਼ਤਾ ਆਉਂਦਾ ਨਾ ਤੇ ਉਹ ਅਮੀਰ ਘਰ ਦੀ ਲੜਕੀ ਹੁੰਦੀ ਹੈ। ਉੱਥੇ ਉਹਦੀ ਸ਼ਾਦੀ ਹੋ ਜਾਂਦੀ ਹੈ। ਉਹ ਲੜਕਾ ਜਿਹੜਾ ਸੀ ਉਹਦੀ ਕੋਈ ਸੈਲਰੀ ਹੈਗੀ ਸੀ 60-65 ਹਜ਼ਾਰ ਰੁਪਈਆ। ਉਹਦੀ ਸ਼ਾਦੀ ਨੂੰ ਜਦੋਂ ਮਹੀਨਾ ਕੋ ਗੁਜ਼ਰਦਾ ਹੈ ਨਾ ਤਾਂ ਉਹਦੀ ਸੈਲਰੀ ਆਂਦੀ ਹੈ ਤੇ ਉਹਨੂੰ ਨਾ 50,000 ਰੁਪਈਆ ਨਾ ਆਪਦੀ ਬੀਵੀ ਨੂੰ ਦਿੰਦਾ ਹੈ ਕਿ ਇਹ ਫੜ ਤੇ ਹੁਣ ਘਰ ਦਾ ਨਿਜ਼ਾਮ ਤੂੰ ਹੀ ਚਲਾਣਾ, ਤੂੰ ਹੀ ਸਾਰਾ ਹੈਂਡਲ ਕਰਨਾ। ਉਹ ਪੈਸੇ ਉਹਨੂੰ ਦੇ ਦਿੰਦਾ। ਦਿਨ ਕੋਈ 15 ਕੋ ਗੁਜ਼ਰਦੇ ਨੇ ਨਾ ਤੇ ਉਹ ਬੀਵੀ ਜਿਹੜੀ ਆਪਦੇ ਮੀਆਂ ਨੂੰ ਕਹਿੰਦੀ ਹੈ ਕਿ ਮੈਨੂੰ 20,000 ਰੁਪਇਆ ਹੋਰ ਚਾਹੀਦਾ, ਪੈਸੇ ਤਾਂ ਮੇਰੇ ਤੋਂ ਖਰਚ ਹੋ ਗਏ ਨੇ। ਉਹ ਕਹਿੰਦਾ ਕਿ ਇੰਨੇ 15 ਦਿਨਾਂ ਚ ਤੇਰੇ ਤੋਂ ਖਰਚ ਹੋ ਗਏ। ਉਹ ਕਹਿੰਦੀ ਕਿ ਤੈਨੂੰ ਪਤਾ ਘਰਾਂ ਦੇ ਖਰਚੇ ਕਿੰਨੇ ਨੇ। ਖੈਰ ਉਹਨੇ ਕਿਹਾ ਨਵੀਂ ਨਵੀਂ ਹੈਗੀ ਹੈ, ਨਹੀਂ ਇਹਨੂੰ ਸਮਝ ਹੈਗੀ। ਉਹਨੂੰ 20,000 ਰੁਪਇਆ ਕਿਸ ਤੋਂ ਫੜ ਕੇ ਨਾ ਤੇ ਦੇ ਦਿੰਦਾ। ਦੂਸਰਾ ਮਹੀਨਾ ਆਂਦਾ, ਫਿਰ ਉਸ ਤਰ੍ਹਾਂ ਹੀ ਕਰਦਾ, 50,000 ਰੁਪਇਆ ਉਹਨੂੰ ਦਿੰਦਾ ਤੇ ਕਹਿੰਦਾ ਕਿ ਇਹ ਫੜ ਤੂੰ ਹੁਣ ਸਾਰਾ ਘਰ ਦਾ ਨਿਜ਼ਾਮ ਚਲਾਣਾ। ਉਹ ਫਿਰ ਆਪਣੀ ਰੁਟੀਨ ਦੇ ਹਿਸਾਬ ਨਾਲ ਨਾ 20 ਕੁ ਦਿਨ ਗੁਜ਼ਰਦੇ ਤੇ ਉਹਨੂੰ ਕਹਿੰਦੀ ਹੈ ਕਿ ਮੈਨੂੰ ਤੇ ਪੈਸੇ ਦੇ, ਮੇਰੇ ਤੋਂ ਤਾਂ ਪੈਸੇ ਖਤਮ ਹੋ ਗਏ। ਉਹ ਕਹਿੰਦਾ ਕਿ ਮੈਂ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਤੇ ਇਹ 50,000 ਰੁਪਏ ਨਾਲ ਅਸੀਂ ਪੂਰੇ ਘਰ ਦਾ ਨਿਜ਼ਾਮ ਚਲਾਉਂਦੇ ਸੀ ਤੇ ਸਾਡੇ ਤੋਂ ਵੱਧ ਜਾਂਦੇ ਸੀ। ਤੂੰ ਹੁਣ ਕੀ ਕਰਨੀ ਹੈ ਜਿਹੜਾ 50,000 ਰੁਪਏ ਤੂੰ 15-20 ਦਿਨਾਂ ਚ ਹੀ ਉਡਾ ਦਿੰਨੀ ਹੈ। ਉਹ ਕਹਿੰਦੀ ਘਰ ਦੇ ਖਰਚੇ ਬਹੁਤ ਹੈ, ਨਾਲੇ ਮੈਂ ਇੱਕ ਅਮੀਰ ਘਰ ਚੋਂ ਆਈ ਆ, ਇਹ ਪੈਸੇ ਤਾਂ ਮੇਰੇ ਅੱਗੇ ਕੋਈ ਮਾਨੀ ਨਹੀਂ ਰਖਾਂਦੇ, ਫਿਰ ਵੀ ਮੈਂ ਹੱਥ ਕੁੱਟ ਕੇ ਵਰਤਨੀ ਆ। ਉਹ ਅੱਗੋਂ ਕਹਿੰਦਾ ਕਿ ਮੈਂ ਇੰਨੇ ਜੋਗਾ ਨਹੀਂ ਹੈਗਾ। ਉਹ ਕਹਿੰਦੀ ਜੇ ਤੂੰ ਇੰਨੇ ਜੋਗਾ ਨਹੀਂ ਸੀ ਹੈਗਾ ਤੇ ਰਿਸ਼ਤਾ ਵੇਖ ਕੇ ਕਰਨਾ ਸੀ, ਆਪਣੀ ਔਕਾਤ ਦੇ ਹਿਸਾਬ ਨਾਲ ਕਰਨਾ ਸੀ। ਜੋ ਤੇਰੀ ਔਕਾਤ ਸੀ ਨਾ ਉਸ ਹਿਸਾਬ ਨਾਲ ਤੂੰ ਰਿਸ਼ਤਾ ਜੋੜਨਾ ਸੀ। ਹੁਣ ਉਹ ਬਹੁਤ ਪਰੇਸ਼ਾਨ, ਉਹਨੇ ਇਹਨੂੰ ਸਮਝਾਇਆ ਕਿ ਘਰ ਨਾ ਬੰਦਿਆਂ ਵਾਂਗੂ ਚਲਾ, ਹੱਥ ਘੁੱਟ ਕੇ ਚਲਾ, ਜਿੰਨਾ ਮੇਰੀ ਸੈਲਰੀ ਹੈਗੀ ਉਸ ਹਿਸਾਬ ਨਾਲ ਤੂੰ ਘਰ ਚਲਾ। ਨਾ ਜੀ, ਉਹ ਨਹੀਂ ਮੰਨੀ। ਆਂਦੀ ਜੇ ਤੂੰ ਮੈਨੂੰ ਪੈਸੇ ਦੇਂਗਾ ਮੇਰੇ ਹਿਸਾਬ ਨਾਲ, ਜਿਵੇਂ ਮੈਂ ਵਰਤਨੀ ਆ, ਜੋ ਮੇਰਾ ਖਰਚਾ ਚੁੱਕੇਗਾ ਤੇ ਮੈਂ ਇੱਥੇ ਰਹਾਂਗੀ। ਉਹ ਕੰਮ ਤੇ ਚਲਾ ਜਾਂਦਾ ਹੈ ਤੇ ਉਹ ਆਪਦਾ ਜੁੱਲੀ ਬਿਸਤਰਾ ਬੰਨਦੀ ਤੇ ਆਪਦੇ ਮਾਪਿਓ ਘਰੇ ਚਲੀ ਜਾਂਦੀ। ਜਦੋਂ ਮਾਪਿਓ ਘਰੇ ਚਲੀ ਜਾਂਦੀ, ਉਹ ਸ਼ਾਮ ਨੂੰ ਆਂਦਾ, ਆ ਕੇ ਵਹਿੰਦਾ ਹੈ ਕਿ ਸ਼ਾਇਦ ਵੈਸੇ ਮਿਲਣ ਵਾਸਤੇ ਗਈ ਹੈ, ਆ ਜਾਏਗੀ 2-3 ਦਿਨ ਬਾਅਦ। ਉਹ 3-4 ਦਿਨ ਵੇਟ ਕਰਦਾ, 5ਵਾਂ ਦਿਨ ਜਦੋਂ ਹੁੰਦਾ ਨਾ ਤੇ ਮਗਰ ਚਲਾ ਜਾਂਦਾ। ਜਦੋਂ ਉੱਥੇ ਮਗਰ ਜਾਂਦਾ ਹੈ ਤੇ ਜਿਹੜੀ ਉਹਦੀ ਸੱਸ ਹੁੰਦੀ ਹੈ ਨਾ ਤੇ ਉਹ ਅੱਗੋਂ ਨੂੰ ਨਾ ਪੈ ਜਾਂਦੀ ਹੈ, ਕੀ ਲੈਣਾ ਹੈ। ਉਹ ਕਹਿੰਦਾ ਮੈਂ ਆਪਦੀ ਬੇਗਮ ਨੂੰ ਲੈਣ ਆਇਆ। ਕਹਿੰਦੀ ਖਰਚਾ ਤੇਰੇ ਤੋਂ ਦਾ ਪੂਰਾ ਨਹੀਂ ਹੁੰਦਾ ਤੇ ਤੂੰ ਬੇਗਮ ਨੂੰ ਲੈਣਾ ਹੈ। ਤੈਨੂੰ ਪਤਾ ਕਿ ਅਮੀਰ ਘਰ ਦੀਆਂ ਲੜਕੀਆਂ ਜਿਹੜੀਆਂ ਉਹ ਕਿਸ ਤਰ੍ਹਾਂ ਖਰਚਾ ਕਰਦੀਆਂ, ਤੇ ਤੂੰ ਰੁਪਈਆ 50,000 ਉਹਨੂੰ ਦੇ ਕੇ ਤੇ 100 ਗੱਲਾਂ ਸੁਣਾਈਆਂ ਨੇ। ਉਹ ਕਹਿੰਦਾ ਜੀ ਮੇਰੀ ਜਿੰਨੀ ਕੁ ਔਕਾਤ ਹੈ ਮੈਂ ਆਪਣੀ ਔਕਾਤ ਦੇ ਹਿਸਾਬ ਨਾਲ ਇਹਨੂੰ ਦਿਨਾ, ਤੇ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਮੈਂ ਇਸੇ 50,000 ਰੁਪਈਏ ਨਾਲ ਸਾਡਾ ਘਰ ਚੱਲਦਾ ਸੀ ਤੇ ਸਾਡੇ ਤੋਂ ਵੱਧ ਜਾਂਦੇ ਸੀ। ਉਹ ਕਹਿੰਦੀ ਫਿਰ ਤੂੰ ਆਪਣੀ ਔਕਾਤ ਦੇ ਹਿਸਾਬ ਨਾਲ ਵਿਆਹ ਕਰਾਉਣਾ ਸੀ, ਤੈਨੂੰ ਨਹੀਂ ਸੀ ਪਤਾ ਕਿ ਅਮੀਰ ਘਰਾਣੇ ਦੀ ਲੜਕੀ ਹੈ। ਹੁਣ ਉਹ ਕਹਿੰਦੀ ਹੈ ਕਿ ਮੈਂ ਆਪਣੀ ਬੇਟੀ ਤੇਰੇ ਨਾਲ ਨਹੀਂ ਟੋਰਨੀ, ਤੂੰ ਆਪਣੇ ਮਾਪਿਓ ਨੂੰ ਲੈ ਕੇ ਆ ਤੇ ਨਾਲੇ ਮੇਰੀ ਬੇਟੀ ਤੂੰ ਆ ਕੇ ਸਾਰਾ ਟੱਬਰ ਮਾਫੀ ਮੰਗੋ, ਨਹੀਂ ਤਾਂ ਮੈਂ ਆਪਣੀ ਬੇਟੀ ਨਹੀਂ ਟੋਰਨੀ। ਉਹ ਲਾਹ ਪਾ ਕੇ ਉਹਦੀ ਹੱਥ ਫੜਾਉਂਦੀ ਹੈ ਤੇ ਉਹ ਵਿਚਾਰਾ ਨਾ ਵਾਪਸ ਆ ਜਾਂਦਾ। ਜਦੋਂ ਵਾਪਸ ਆਂਦਾ ਤੇ ਆ ਕੇ ਆਪਦੇ ਮਾਪਿਓ ਨੂੰ ਦੱਸਦਾ ਕਿ ਇੰਜ ਕਰਕੇ ਮੈਂ ਤੁਹਾਨੂੰ ਸਮਝਾਇਆ ਹੀ ਸੀਗਾ। ਤੇ ਮਾਪਿਓ ਕਹਿੰਦਾ ਕਿ ਪੁੱਤਰ ਤੈਨੂੰ ਕਹਿੰਦੇ ਸੀ ਨਾ ਕਿ ਆਪਦੇ ਲੈਵਲ ਦੇ ਹਿਸਾਬ ਨਾਲ ਚੱਲ, ਜੋ ਆਪਾਂ ਹੈ ਆ ਨਾ ਉਹੋ ਜਿਹੇ ਬੰਦਿਆਂ ਨਾਲ ਰਿਸ਼ਤਾ ਜੋੜੀਏ। ਤੂੰ ਕਹਿੰਦਾ ਸੀ ਨਹੀਂ ਜੀ ਅਮੀਰ ਘਰ ਦੀ ਲਿਆਣੀ ਹੈ। ਖੈਰ ਉਹਦਾ ਮਾਪਿਓ ਜਾਂਦਾ ਹੈ, ਆਪਦੇ ਪੁੱਤਰ ਦੇ ਪਿੱਛੇ ਲਾ ਕੇ ਚਲੇ ਜਾਂਦੇ। ਜ਼ਾਹਰੀ ਗੱਲ ਉਹਨੇ ਘਰ ਤਾਂ ਵਸਾਣਾ ਸੀ ਨਾ ਆਪਦੇ ਪੁੱਤਰ ਦਾ। ਉਹ ਜਾਂਦੇ ਨੇ ਤੇ ਉਹਦੀ ਸੱਸ ਅੱਗੋਂ ਬੜੀ ਕਪੱਤੀ। ਉਹ ਕਹਿੰਦੀ ਜੀ ਮੇਰੀ ਧੀ ਤੋਂ ਮਾਫੀ ਮੰਗੋ ਦੋਵੇਂ ਜੀ, ਤੁਸੀਂ ਸੱਸ ਤੇ ਸਹੁਰਾ, ਤੇ ਨਾਲ ਇਹ ਬੰਦਾ ਵੀ ਮਾਫੀ ਮੰਗੇ। ਮੁੰਡਾ ਬੈਠਾ ਸਾਰਾ ਕੁਝ ਸੁਣਦਾ ਰਿਹਾ। ਉਹਦੀ ਨਾ ਗੈਰਤ ਇੰਨੀ ਗਵਾਰਾ ਨਹੀਂ ਕੀਤੀ, ਕਿਉਂਕਿ ਗਰੀਬ ਘਰ ਜਿਹੜੇ ਹੁੰਦੇ ਨੇ ਨਾ ਉਹਨਾਂ ਕੋਲ ਇੱਕ ਇੱਜ਼ਤ ਹੀ ਤਾਂ ਹੁੰਦੀ ਹੈ। ਉਹਨੇ ਇੰਨੀ ਗੈਰਤ ਗਵਾਰਾ ਨਹੀਂ ਕੀਤੀ ਕਿ ਮੇਰਾ ਮਾਂ ਪਿਓ ਉੱਠ ਕੇ ਇਹਦੇ ਤੋਂ ਮਾਫੀ ਮੰਗੇ। ਉਹਨੇ ਕਿਹਾ ਬੀਬੀ ਅਗਰ ਤੂੰ ਆਪਣੀ ਬੇਟੀ ਟੋਰਨੀ ਹੈ ਤਾਂ ਠੀਕ ਹੈ, ਨਹੀਂ ਟੋਰਨੀ ਤੇ ਤੂੰ ਆਪਣੇ ਘਰੇ ਬਿਠਾ ਲਾ, ਮੈਂ ਜਾ ਕੇ ਤਲਾਕ ਭੇਜ ਦਿਆਂਗਾ। ਉਹ ਕਹਿੰਦੀ ਠੀਕ ਹੈ ਤੂੰ ਤਲਾਕ ਭੇਜ ਦੇ। ਉਹ ਜਾਂਦਾ ਤਲਾਕ ਦੇ ਕਾਗਜ਼ ਭੇਜ ਦਿੰਦਾ। ਖੈਰ ਹੁਣ ਮਾਂ ਪਿਓ ਆਪਣੀ ਮਰਜ਼ੀ ਨਾਲ ਉਹਦੀ ਸ਼ਾਦੀ ਕਰਦੇ ਨੇ ਬੇਟੇ ਦੀ। ਜਦੋਂ ਆਪਣੀ ਮਰਜ਼ੀ ਨਾਲ ਸ਼ਾਦੀ ਕਰਦੇ ਨੇ ਤਾਂ ਗਰੀਬ ਘਰ ਦੀ ਇੱਕ ਲੜਕੀ ਵਿਆਹ ਕੇ ਲਿਆਂਦੇ ਨੇ ਤੇ ਉਹੀ ਹਰਬਾ ਫਿਰ ਇਸਤੇਮਾਲ ਕਰਦਾ ਕਿ ਰੁਪਈਆ 50,000 ਨਾ ਅਗਲੇ ਮਹੀਨੇ ਆਪਦੀ ਬੀਵੀ ਨੂੰ ਫੜਾਉਂਦਾ ਕਿ ਇਹ 50,000 ਰੁਪਈਆ ਰੱਖ ਤੇ ਤੂੰ ਹੀ ਹੁਣੇ ਘਰ ਚਲਾਣਾ। ਹੁਣ ਉਹ ਕਰਦੀ ਕੀ ਹੈ, ਉਹ 50,000 ਰੁਪਏ ਆਪਣੇ ਕੋਲ ਰੱਖ ਲੈਂਦੀ ਤੇ ਬੜੇ ਤਰੀਕੇ ਨਾਲ ਨਾ ਘਰ ਨੂੰ ਚਲਾਉਂਦੀ ਹੈ। ਜਦੋਂ ਮਹੀਨਾ ਗੁਜ਼ਰਦਾ ਹੈ ਨਾ ਤੇ ਉਹਦਾ ਬੰਦਾ ਉਹਨੂੰ ਪੁੱਛਦਾ ਕਿ ਕੋਈ ਪੈਸੇ ਬਚੇ ਨੇ ਤੇ ਰੁਪਈਆ ਨਾ 20,000 ਕੱਢ ਕੇ ਉਹਨੂੰ ਦਿੰਦੀ ਹੈ ਕਿ ਇਹ ਫੜੋ 20,000 ਰੁਪਇਆ, ਇਹ ਬਚਿਆ 30,000 ਰੁਪਏ ਨਾਲ ਬੜਾ ਸੋਹਣਾ ਘਰ ਦਾ ਨਿਜ਼ਾਮ ਚੱਲ ਗਿਆ।
ਤੇ ਇੱਥੋਂ ਕਹਿੰਦੇ ਨੇ ਕਿ ਜੋ ਮਾਪਿਓ ਕਰਦਾ ਹੈ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ। ਤੇ ਜਦੋਂ ਆਪਾਂ ਅੱਗੇ ਆ ਜਾਣੇ ਆ ਨਾ ਮਾਪਿਓ ਦੇ ਕਿ ਜੋ ਕਰਨਾ ਅਸੀਂ ਕਰਨਾ, ਫਿਰ ਸਾਨੂੰ ਭੁਗਤਣਾ ਵੀ ਪੈਂਦਾ। ਤੇ ਹਮੇਸ਼ਾ ਹੱਥ ਉੱਥੇ ਮਿਲਾਓ ਜਿਹੜੇ ਤੁਹਾਡੇ ਲੈਵਲ ਦੇ ਹੋਣ। ਕੋਠੀਆਂ, ਕਾਰਾਂ, ਗੱਡੀਆਂ ਵੇਖ ਕੇ ਡੁੱਲ ਨਹੀਂ ਜਾਈਦਾ ਹੁੰਦਾ। ਇਹ ਨਹੀਂ ਕਹੀਦਾ ਹੁੰਦਾ ਕਿ ਜੋ ਇਹਨਾਂ ਦੇ ਘਰ ਵਿੱਚ ਹੈਗਾ ਪਤਾ ਨਹੀਂ ਇਹ ਕੀ ਚੀਜ਼ ਹੈ।